ਹੈਲੋ एवरीवन ਬੱਚੇ ਅੱਜ ਅਸੀਂ ਆਪਣਾ ਲੈਸਨ ਨੰਬਰ 22 ਸਟਾਰਟ ਕਰਨ ਜਾ ਰਹੇ ਹਾਂ ਸਿਵਿਕਸ ਦਾ ਜੋ ਹੈ ਡੈਮੋਕ੍ਰੇਸੀ ਰਿਪਰੈਜ਼ੈਂਟੇਟਿਵ ਇੰਸਟੀਟਿਊਸ਼ਨ ਕਿ ਲੋਕਤੰਤਰ ਤੇ ਇਸ ਦੀਆਂ ਪ੍ਰਤੀਨਿਧਤ ਸੰਸਥਾਵਾਂ। ਨਾਓ ਅ ਡੇਜ਼ देयर इज़ अ डेमोक्रेटिक सैटअप ऑफ गवर्नमेंट इन मोस्ट ऑफ द कंट्रीज़ कि ਅਸੀਂ ਜਾਣਦੇ ਹਾਂ ਕਿ ਜੋ ਹੁਣ ਦੇ ਸਮੇਂ ਦੇ ਵਿੱਚ ਹਰ ਕੰਟਰੀ ਦੇ ਵਿੱਚ ਡੈਮੋਕ੍ਰੈਟਿਕ ਲੋਕਤੰਤਰ ਸਰਕਾਰ ਦੀ ਪ੍ਰਣਾਲੀ ਅਪਣਾਈ ਜਾਂਦੀ ਹੈ। ਯੂ ਨੋ ਦੈਟ ਡੈਮੋਕ੍ਰੇਸੀ ਇਜ਼ ਅ ਗਵਰਨਮੈਂਟ ਆਫ ਦ ਪੀਪਲ ਬਾਏ ਦ ਪੀਪਲ ਐਂਡ ਫॉर द ਪੀਪਲ ਕਿ ਜੋ ਡੈਮੋਕ੍ਰੈਟਿਕ ਸਰਕਾਰ ਹੁੰਦੀ ਹੈ ਲੋਕਤੰਤਰ ਦੀ ਸਰਕਾਰ ਹੈ ਉਹ ਲੋਕਾਂ ਦੇ ਦੁਆਰਾ ਲੋਕਾਂ ਦੇ ਲਈ ਤੇ ਲੋਕਾਂ ਦੇ ਦੁਆਰਾ ਬਣਾਈ ਜਾਂਦੀ ਹੈ। बट in these days there is no direct democracy like in the ancient times पर ਹੁਣ ਦੇ ਸਮੇਂ ਦੇ ਵਿੱਚ ਡਾਇਰੈਕਟ ਡੈਮੋਕ੍ਰੇਸੀ ਸਿੱਧੀ ਲੋਕਤੰਤਰ ਪ੍ਰਣਾਲੀ ਨਹੀਂ ਹੈ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜੋ ਜਨਸੰਖਿਆ ਸੀ ਪਾਪੂਲੇਸ਼ਨ ਸੀ ਉਹ ਘੱਟ ਹੁੰਦੀ ਸੀ ਅਤੇ ਲੋਕ ਉਸੇ ਸਮੇਂ ਆਪਣੇ ਪ੍ਰਤੀਨਿਧ ਚੁਣ ਲੈਂਦੇ ਸੀ। ਠੀਕ ਹੈ, ਉਸਨੂੰ ਡਾਇਰੈਕਟ ਡੈਮੋਕ੍ਰੇਸੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਇਨ ਡੈਮੋਕ੍ਰੈਟਿਕ ਕੰਟਰੀਜ਼ people govern themselves indirectly for example by electing their representatives ਕਿ ਲੋਕ ਆਪਣੇ ਜੋ ਪ੍ਰਤੀਨਿਧ ਨੇ ਉਹਨਾਂ ਨੂੰ ਵੋਟਾਂ ਦੇ ਦੁਆਰਾ ਚੁਣ ਕੇ ਆਪਣੇ ਆਪ ਨੂੰ ਹੀ ਗਵਰਨ ਕਰਦੇ ਨੇ ਕਿ ਆਪਣੇ ਰੂਲਸ ਖੁਦ ਬਣਾਉਂਦੇ ਨੇ। such democracy run by the people's representatives is called representative democracy ਪ੍ਰਤੀਨਿਧੀ ਸਰਕਾਰ ਲੋਕਤੰਤਰੀ ਸਰਕਾਰ ਉਹਨਾਂ ਨੂੰ ਬੋਲਿਆ ਜਾਂਦਾ ਹੈ ਜੋ ਲੋਕਾਂ ਦੇ ਦੁਆਰਾ ਚੁਣੇ ਗਏ ਪ੍ਰਤੀਨਿਧਾਂ ਦੁਆਰਾ ਚਲਾਈ ਜਾਂਦੀ ਹੈ। These representatives make laws in the legislature and get them implemented by the executive ਠੀਕ ਹੈ ਕਿ ਇਹ ਰਿਪਰੈਜ਼ੈਂਟੇਟਿਵਸ ਜੋ ਪ੍ਰਤੀਨਿਧ ਹੁੰਦੇ ਨੇ ਇਹ ਕਾਨੂੰਨ ਬਣਾਉਂਦੇ ਨੇ ਅਤੇ ਇਹਨਾਂ ਨੂੰ ਇੰਪਲੀਮੈਂਟ ਕਰਾਇਆ ਜਾਂਦਾ ਹੈ ਐਗਜ਼ੀਕਿਊਟਿਵ ਦੇ ਵਿੱਚ। In such a system of the government, elections and representation are very closely related ਕਿ ਜੋ ਇਲੈਕਸ਼ਨ ਹੁੰਦੇ ਨੇ ਅਤੇ ਜੋ ਰਿਪਰੈਜ਼ੈਂਟੇਟਿਵ ਹੁੰਦੇ ਨੇ ਉਹ ਇੱਕ ਦੂਜੇ ਦੇ ਨਾਲ ਰਿਲੇਟਡ ਹੁੰਦੇ ਨੇ। In India we have got a representative democracy, indirect democracy ਜਿਸ ਨੂੰ ਕਿਹਾ ਜਾਂਦਾ ਹੈ ਉਸ ਤਰ੍ਹਾਂ ਦੀ ਇੰਡੀਆ ਦੇ ਵਿੱਚ ਪਾਈ ਜਾਂਦੀ ਹੈ ਸਰਕਾਰ। In independent institution which conduct elections in our country is known as election commission ਕਿ ਜਿਹੜੇ ਜੋ ਇੰਸਟੀਟਿਊਸ਼ਨ ਹੁੰਦੇ ਨੇ ਜੋ ਚੋਣਾਂ ਜੋ ਕੰਡਕਟ ਕਰਦੇ ਨੇ ਠੀਕ ਹੈ ਚੋਣਾਂ ਜਿਨ੍ਹਾਂ ਦੇ ਦੁਆਰਾ ਮਤਲਬ ਲਈਆਂ ਜਾਂਦੀਆਂ ਨੇ ਠੀਕ ਹੈ ਸੋ ਉਹਨੂੰ ਇਲੈਕਸ਼ਨ ਕਮਿਸ਼ਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦਿਸ ਇੰਸਟੀਟਿਊਸ਼ਨ ਟਰਾਈਜ਼ ਟੂ ਕੰਡਕਟ ਇਲੈਕਸ਼ਨਸ ਇਨ ਫੇਅਰ ਐਂਡ ਓਨੈਸਟ ਮੈਨਰ ਕਿ ਫੇਅਰ ਢੰਗ ਦੇ ਨਾਲ ਅਤੇ ਇਮਾਨਦਾਰੀ ਦੇ ਨਾਲ ਇਲੈਕਸ਼ਨ ਕਰਵਾਏ ਜਾਂਦੇ ਹਨ। ਦ ਇਲੈਕਸ਼ਨ ਕਮਿਸ਼ਨਰ ਆਫ ਦ ਇੰਡੀਅਨ ਇਲੈਕਸ਼ਨ ਕਮਿਸ਼ਨ ਇਜ਼ ਅਪੋਇੰਟਡ ਬਾਏ ਦ ਪ੍ਰੈਜ਼ੀਡੈਂਟ ਆਫ ਇੰਡੀਆ ਕਿ ਜੋ ਰਾਸ਼ਟਰਪਤੀ ਹੁੰਦਾ ਹੈ ਭਾਰਤ ਦਾ ਉਹ ਹੀ ਇਲੈਕਸ਼ਨ ਕਮਿਸ਼ਨਰ ਨੂੰ ਜੋ ਚੋਣ ਕਮਿਸ਼ਨ ਦਾ ਇਲੈਕਸ਼ਨ ਕਮਿਸ਼ਨਰ ਹੁੰਦਾ ਹੈ ਉਸਨੂੰ ਨਿਯੁਕਤ ਕਰਦਾ ਹੈ। ਦਿਸ ਕਮਿਸ਼ਨ ਇਜ਼ ਰਿਸਪੋਂਸੀਬਲ ਟੂ ਕੰਡਕਟ ਇਲੈਕਸ਼ਨ ਐਟ ਆਲ ਲੈਵਲਸ ਦ ਪਾਰਲੀਮੈਂਟ ਸਟੇਟ ਅਸੈਂਬਲੀਜ਼ ਐਂਡ ਲੋਕਲ ਸੈਲਫ ਇੰਸਟੀਟਿਊਸ਼ਨਸ ਕਿ ਇਹ ਚੋਣ ਕਮਿਸ਼ਨ ਜੋ ਹੁੰਦਾ ਹੈ ਉਹ ਹੀ ਜੋ ਹੈ ਰਿਸਪੋਂਸੀਬਲ ਹੁੰਦਾ ਹੈ ਕਿ ਉਹ ਹਰ ਇੱਕ ਲੈਵਲ 'ਤੇ ਇਲੈਕਸ਼ਨ ਚੋਣਾਂ ਕਰਵਾਵੇ। ਦ ਪੋਲੀਟੀਕਲ ਪਾਰਟੀਜ਼ ਆਫ ਦ ਕੰਟਰੀ ਆਰ ਆਲਸੋ ਐਨ ਇਨਸੈਪਰੇਬਲ ਪਾਰਟ ਆਫ ਦ ਇਲੈਕਸ਼ਨ ਪ੍ਰੋਸੈਸ ਕਿ ਪੋਲੀਟੀਕਲ ਪਾਰਟੀਜ਼ ਜੋ ਹੁੰਦੀਆਂ ਨੇ ਉਹਨਾਂ ਦਾ ਵੀ ਇਲੈਕਸ਼ਨ ਕਮਿਸ਼ਨ ਦੇ ਵਿੱਚ ਇਲੈਕਸ਼ਨਸ ਕੰਡਕਟ ਕਰਵਾਉਣ ਵਿੱਚ ਬਹੁਤ ਜ਼ਿਆਦਾ ਹੱਥ ਹੁੰਦਾ ਹੈ ਕਿ ਉਹ ਪ੍ਰੋਸੈਸ ਵਿੱਚ ਆਪਣਾ ਯੋਗਦਾਨ ਦਿੰਦੇ ਹਨ। ਦੇ ਹੈਲਪ ਦ ਪੀਪਲ ਟੂ ਐਕਸਪ੍ਰੈਸ ਦੇਅਰ ਪੋਲੀਟੀਕਲ ਵਿਊਜ਼ ਕਿ ਉਹ ਲੋਕਾਂ ਦੀ ਹੈਲਪ ਕਰਦੇ ਨੇ ਕਿ ਉਹ ਆਪਣੇ ਰਾਜਨੀਤਿਕ ਵਿਚਾਰਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਨ। ਦੀਜ਼ ਪਾਰਟੀਜ਼ ਨੋਮੀਨੇਟਡ ਦੇਅਰ ਕੈਂਡੀਡੇਟਸ ਐਂਡ ਹੈਲਪ ਇਨ ਕੰਡਕਟ ਆਫ ਇਲੈਕਸ਼ਨਸ ਆਫ ਵੇਰੀਅਸ ਲੈਵਲਸ ਕਿ ਇਹਨਾਂ ਪੋਲੀਟੀਕਲ ਪਾਰਟੀਜ਼ ਦੇ ਦੁਆਰਾ ਆਪਣੇ ਕੈਂਡੀਡੇਟ ਖੜ੍ਹੇ ਕੀਤੇ ਜਾਂਦੇ ਹਨ ਅਤੇ ਉਹਨਾਂ ਦੇ ਦੁਆਰਾ ਤਾਂ ਕਿ ਉਹ ਅਲੱਗ-ਅਲੱਗ ਲੈਵਲਸ 'ਤੇ ਆਪਣੇ ਚੋਣਾਂ ਨੂੰ ਲੜ ਸਕਣ। ਨਾਓ ਵੀ ਵਿਲ ਸਟੱਡੀ ਦ ਵੇਰੀਅਸ ਇੰਸਟੀਟਿਊਸ਼ਨਸ ਵਿਚ ਆਰ ਐਨ ਇਨਸੈਪਰੇਬਲ ਪਾਰਟ ਆਫ ਦ ਡੈਮੋਕ੍ਰੈਟਿਕ ਸੈਟਅਪ ਹੁਣ ਅਸੀਂ ਉਹਨਾਂ ਇੰਸਟੀਟਿਊਸ਼ਨਸ ਦੇ ਬਾਰੇ ਵਿੱਚ ਪੜ੍ਹਾਂਗੇ। ਯੂਨੀਵਰਸਲ ਐਡਲਟ ਸਫਰੇਜ ਦ ਮੋਸਟ ਇੰਪੋਰਟੈਂਟ ਇੰਸਟੀਟਿਊਸ਼ਨ ਆਫ ਡੈਮੋਕ੍ਰੈਟਿਕ ਸੈਟਅਪ ਇਨ ਇਲੈਕਸ਼ਨਸ ਵਿਚ ਡਿਪੈਂਡਸ ਔਨ ਯੂਨੀਵਰਸਲ ਐਡਲਟ ਫਰੈਂਚਾਈਜ਼ ਠੀਕ ਹੈ ਬਾਲਗ ਮਤ ਅਧਿਕਾਰ ਦੇ ਉੱਤੇ ਨਿਰਧਾਰਿਤ ਹੁੰਦੀਆਂ ਨੇ ਇਹ ਵੋਟਾਂ। ਦ ਰਾਈਟ ਟੂ ਐਕਸਪ੍ਰੈਸ ਵਨਸ ਵਿਲ ਕਾਲਡ ਦ ਰਾਈਟ ਟੂ ਵੋਟ
ठीक है कि ਜਦੋਂ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਆਪਣੇ ਰਿਪਰੈਜ਼ੈਂਟੇਟਿਵਸ ਚੁਣਦੇ ਹਨ ਉਹ ਆਪਣਾ ਵੋਟ ਦਾ ਅਧਿਕਾਰ ਜੋ ਹੈ ਉਸ ਦਾ ਉਪਯੋਗ ਕਰਦੇ ਹਨ। when every citizen of the country has right to vote, ਠੀਕ ਹੈ ਕਿ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਹਰ ਇੱਕ ਜੋ ਨਾਗਰਿਕ ਹੈ ਭਾਰਤ ਦਾ ਜਾਂ ਕਿਸੇ ਵੀ ਦੇਸ਼ ਦਾ ਉਸ ਨੂੰ ਅਧਿਕਾਰ ਹੁੰਦਾ ਹੈ ਕਿ ਉਹ ਵੋਟ ਦੇ ਕੇ ਆਪਣੇ ਰਿਪਰੈਜ਼ੈਂਟੇਟਿਵ ਨਿਯੁਕਤ ਕਰੇ। ਇਟ ਇਜ਼ ਨੋਨ ਐਜ਼ ਅਡਲਟ ਫਰੈਂਚਾਈਜ਼, ਇਸ ਨੂੰ ਬਾਲਗ ਮਤ ਅਧਿਕਾਰ ਕਿਹਾ ਜਾਂਦਾ ਹੈ। In modern democratic countries, this right to vote is given to all the citizens without any discrimination। ਕਿ ਡੈਮੋਕ੍ਰੈਟਿਕ ਜੋ ਲੋਕਤੰਤਰੀ ਜੋ ਕੰਟਰੀਜ਼ ਨੇ ਉਹਨਾਂ ਦੇ ਵਿੱਚ ਹਰ ਇੱਕ ਸਿਟੀਜ਼ਨ ਨੂੰ ਹਰ ਇੱਕ ਨਾਗਰਿਕ ਨੂੰ ਇਹ ਅਧਿਕਾਰ ਦਿੱਤਾ ਜਾਂਦਾ ਹੈ ਬਿਨਾਂ ਕਿਸੇ ਭੇਦਭਾਵ ਦੇ ਕਿ ਉਹ ਆਪਣਾ ਵੋਟ ਦੇ ਸਕਣ। ਕੋਈ ਵੀ ਉਹਨਾਂ ਦੇ ਨਾਲ ਅਮੀਰ ਹੋਣ 'ਤੇ ਗਰੀਬ ਹੋਣ 'ਤੇ ਜਾਂ ਜਾਤ ਦੇ ਆਧਾਰ 'ਤੇ ਜਾਂ ਐਜੂਕੇਸ਼ਨ ਦੇ ਆਧਾਰ 'ਤੇ ਕਿਸੇ ਵੀ ਤਰੀਕੇ ਨਾਲ ਭੇਦਭਾਵ ਨਹੀਂ ਕੀਤਾ ਜਾ ਸਕਦਾ। ਇਨ ਇੰਡੀਆ ਨਾਓ ਐਡਲਟਹੁੱਡ ਇਜ਼ ਅਟੇਨਡ ਬਾਏ ਦ ਏਜ ਆਫ 18 years ਵਿਚ ਵਾਜ਼ ਅਰਲੀਅਰ 21 years। ਕਿ ਹੁਣ ਇੰਡੀਆ ਦੇ ਵਿੱਚ ਜੋ ਬਾਲਗ ਮੰਨਿਆ ਜਾਂਦਾ ਉਹ 18 ਸਾਲ ਦੀ ਉਮਰ ਤੋਂ ਮੰਨਿਆ ਜਾਂਦਾ ਜਦ ਕਿ ਪਹਿਲਾਂ 21 ਸਾਲ ਦੇ ਨੂੰ ਬਾਲਗ ਮਤ ਅਧਿਕਾਰ ਦਾ ਵੋਟ ਦਾ ਦੇਣ ਦਾ ਅਧਿਕਾਰ ਪ੍ਰਾਪਤ ਸੀ। ਦਸ ਆਲ ਦ ਐਡਲਟਸ ਆਫ ਦ ਕੰਟਰੀ ਹੈਜ਼ ਇਕੁਅਲ ਰਾਈਟ ਟੂ ਵੋਟ। ਕਿ ਹਰ ਇੱਕ ਜੋ 18 ਸਾਲ ਤੋਂ ਉੱਪਰ ਦਾ ਵਿਅਕਤੀ ਹੁੰਦਾ ਹੈ ਉਸਨੂੰ ਇਕੁਅਲ ਬਰਾਬਰ ਅਧਿਕਾਰ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਵੋਟ ਪਾਏ। ਓਨਲੀ ਦ ਪੀਪਲ ਹੂ ਆਰ ਡਿਕਲੇਅਰਡ ਕ੍ਰਿਮੀਨਲਸ ਔਰ ਮੈਂਟਲੀ ਰਿਟਾਰਡਡ ਡੋਂਟ ਇੰਜੋਏ ਦਿਸ ਰਾਈਟ ਟੂ ਵੋਟ। ਕਿ ਸਿਰਫ ਜੋ ਕ੍ਰਿਮੀਨਲ ਹੁੰਦੇ ਨੇ ਅਪਰਾਧੀ ਹੁੰਦੇ ਨੇ ਜਾਂ ਮੈਂਟਲੀ ਜੋ ਰਿਟਾਰਡਡ ਹੁੰਦੇ ਨੇ ਦਿਮਾਗੀ ਤੌਰ 'ਤੇ, ਠੀਕ ਹੈ, ਉਹਨਾਂ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਹੁੰਦਾ। ਠੀਕ ਹੈ ਬੱਚੇ, ਇੱਥੋਂ ਤੱਕ ਤੁਸੀਂ ਆਪਣਾ ਅੱਛੀ ਤਰ੍ਹਾਂ ਲਰਨ ਕਰਨਾ ਹੈ। ਓਕੇ।